ਘੱਟ ਖਰਚੇ ਵਿੱਚ ਪੋਲਟਰੀ ਫਾਰਮ ਕਿਵੇਂ ਬਣਾ ਸਕਦੇ ਹਾਂ, ਕਿਵੇਂ ਸਾਡਾ ਖਰਚਾ ਬਚ ਸਕਦਾ ਹੈ ਨਵਾਂ ਬਿਜ਼ਨਸ ਪੋਲਟਰੀ ਫਾਰਮ ਦਾ ਸ਼ੁਰੂ ਕਰਨ ਵੇਲੇ। ਅੱਜ ਦੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ। ਜੋ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ, ਬੈਲ ਆਈਕਨ ਨੂੰ ਪ੍ਰੈਸ ਕਰ ਸਕਦਾ ਹੈ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ। ਕਿਸਾਨ ਵੀਰਾਂ ਦਾ ਅਕਸਰ ਸਾਨੂੰ ਇਹ ਸਵਾਲ ਰਹਿੰਦਾ ਹੈ ਕਿ ਪੋਲਟਰੀ ਫਾਰਮ ਜਦੋਂ ਅਸੀਂ ਬਣਾਉਣਾ ਹੈ ਤੇ ਕਿਸ ਤਰੀਕੇ ਨਾਲ ਬਣਾਈਏ। ਜੀ ਹਾਂ ਕਿਸਾਨ ਵੀਰੋ, ਅੱਜ ਤੁਹਾਡੇ ਲਈ ਇੱਕ ਅਲੱਗ ਵੀਡੀਓ ਲੈ ਕੇ ਆਏ ਹਾਂ। ਇਸ ਵੀਡੀਓ ਦੇ ਵਿੱਚ ਸਾਡਾ ਕੋਈ ਮਕਸਦ ਨਹੀਂਗਾ ਕਿ ਤੁਸੀਂ ਸਾਡੇ ਤੋਂ ਚੂਚੇ ਲਓ। ਸਾਡਾ ਮਕਸਦ ਆ ਕਿ ਤੁਹਾਡੇ ਤੱਕ ਰਾਈਟ ਇਨਫੋਰਮੇਸ਼ਨ, ਸਹੀ ਜਾਣਕਾਰੀ ਲੈ ਕੇ ਆਉਣਾ ਤਾਂ ਜੋ ਤੁਹਾਨੂੰ ਪ੍ਰੋਫਿਟ ਜ਼ਿਆਦਾ ਹੋ ਸਕੇ ਤੇ ਤੁਹਾਡਾ ਖਰਚਾ ਘੱਟ ਹੋ ਸਕੇ। ਅੱਜ ਜਿਹੜੀ ਤੁਸੀਂ ਥੰਬਨੇਲ ਦੇਖਿਆ ਵੀਡੀਓ ਦੇ ਵਿੱਚ ਕਿ ਆਪਾਂ ਲੋ ਕੋਸਟ ਪੋਲਟਰੀ ਫਾਰਮ ਕਿੱਦਾਂ ਬਣਾ ਸਕਦੇ ਹਾਂ। ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਕਈ ਤਰ੍ਹਾਂ ਦੇ ਪੋਲਟਰੀ ਫਾਰਮ ਹੁੰਦੇ ਆ, ਜਿੱਦਾਂ ਕੇਜ ਫਾਰਮਿੰਗ ਹੁੰਦੀ, ਲੇਅਰ ਫਾਰਮਿੰਗ ਹੁੰਦੀ, ਜਿਹਨੂੰ ਆਪਾਂ ਆਂਡੇ ਵਾਲਾ ਬਿਜ਼ਨਸ ਵੀ ਕਹਿ ਦਿੰਦੇ ਆ। ਉਹਦੇ ਤੇ ਵੀ ਅਸੀਂ ਜਲਦੀ ਵੀਡੀਓ ਲੈ ਕੇ ਆਵਾਂਗੇ। ਇੱਕ ਆ ਜਾਂਦਾ ਡੀਪ ਲੀਟਰ ਬ੍ਰਾਇਲਰ ਦਾ, ਆ ਤੁਸੀਂ ਦੇਖ ਸਕਦੇ ਹੋ ਜਿੱਦਾਂ ਇਹ ਆਂਡਿਆਂ ਦਾ ਬਿਜ਼ਨਸ ਆ, ਇਹ ਵੱਖਰੇ ਹੁੰਦੇ ਆ ਮੁਰਗੇ ਮੁਰਗੀਆਂ। ਫਿਰ ਉਸ ਤੋਂ ਬਾਅਦ ਇੱਕ ਆ ਜਾਂਦਾ ਵਾ ਮੀਟ ਪਰਪਸ ਲਈ, ਮੀਟ ਪਰਪਸ ਲਈ ਅਲੱਗ ਤਰ੍ਹਾਂ ਦਾ ਹੁੰਦਾ। ਅਗਰ ਆਪਾਂ ਗੱਲ ਕਰੀਏ ਕਿ ਅਸੀਂ ਡੀਪ ਲੀਟਰ ਜ਼ਿਆਦਾਤਰ ਪੰਜਾਬ ਦੇ ਵਿੱਚ, ਪੂਰੇ ਭਾਰਤ ਵਿੱਚ ਅਗਰ ਆਪਾਂ ਗੱਲ ਕਰੀਏ ਤੇ ਡੀਪ ਲੀਟਰ ਹੀ ਕਹਿਣ ਦਾ ਮਤਲਬ ਸਿੰਪਲ ਥੱਲੇ ਹੀ ਮੁਰਗੇ ਮੁਰਗੀਆਂ ਰੱਖ ਕੇ ਪਾਲੇ ਜਾਂਦੇ ਆ। ਅੱਜ ਜੋ ਤੁਸੀਂ ਫਾਰਮ ਦੇਖ ਰਹੇ ਹੋ, ਇਹ ਫਾਰਮ ਹੈਗਾ ਵਾ ਸੀਮੈਂਟ ਦੀਆਂ ਚਾਦਰਾਂ ਵਾਲਾ। ਅੱਜ ਤੁਸੀਂ ਆ ਦੇਖੋ ਕਿ ਜਦੋਂ ਤੁਸੀਂ ਫਾਰਮ ਕੰਸਟਰਕਟ ਕਰਨਾ ਹੈ, ਪਹਿਲਾਂ ਤਾਂ ਤੁਸੀਂ ਸਾਈਡਾਂ ਵੱਲ ਖਾਸ ਧਿਆਨ ਦੇਣਾ ਹੈ ਕਿ ਜਿਹੜੀਆਂ ਸਾਈਡਾਂ ਵਾ ਉਹ ਸਾਈਡਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਪੋਲਟਰੀ ਫਾਰਮ ਦਾ ਸ਼ੈੱਡ ਬਣਾਉਣ ਤੋਂ ਪਹਿਲਾਂ ਤੁਸੀਂ ਧਿਆਨ ਦੇਣਾ ਹੈ ਕਿ ਜਿਹੜੀ ਆਪਣੀ ਹਵਾ ਹੈ ਪੰਜਾਬ ਦੀ ਕਿਸ ਤਰੀਕੇ ਦੀ ਹੈ। ਤੁਸੀਂ ਫਾਰਮ ਚੜ੍ਹਦੇ ਤੋਂ ਲੈਂਦੇ ਫਾਰਮ ਬਣਾਉਣਾ ਹੈ। ਕਿਉਂਕਿ ਅਗਰ ਤੁਸੀਂ ਚੜ੍ਹਦੇ ਤੋਂ ਲੈਂਦੇ ਫਾਰਮ ਨਹੀਂ ਬਣਾਓਗੇ ਤੇ ਤੁਹਾਡੇ ਫਾਰਮ ਦੇ ਵਿੱਚ ਧੁੱਪ ਆਉਣ ਦਾ ਖਤਰਾ ਬਣਿਆ ਰਹੂਗਾ। ਫਾਰਮ ਬਣਾਉਣ ਵੇਲੇ ਆਪਾਂ ਗਰਮੀਆਂ ਦੇ ਲਈ ਵੀ ਧਿਆਨ ਰੱਖਣਾ ਹੈ ਕਿ ਗਰਮੀਆਂ 'ਚ ਚੂਚਿਆਂ ਦਾ ਰੱਖ ਰਖਾਅ ਕਿੱਦਾਂ ਕੀਤਾ ਜਾ ਸਕਦਾ ਹੈ ਤੇ ਸਰਦੀਆਂ ਦੇ ਵਿੱਚ ਚੂਚਿਆਂ ਦਾ ਰੱਖ ਰਖਾਅ ਕਿੱਦਾਂ ਕੀਤਾ ਜਾ ਸਕਦਾ ਹੈ। ਤੁਸੀਂ ਕੀ ਕਰਨਾ ਹੈ, ਤੁਸੀਂ ਚੜ੍ਹਦੇ ਤੋਂ ਲੈਂਦੇ ਫਾਰਮ ਬਣਾਉਣਾ ਕਿ ਜਦੋਂ ਸੂਰਜ ਚੜ੍ਹਦਾ ਵਾ ਉਦੋਂ ਵੀ ਤੁਹਾਡੇ ਫਾਰਮ ਦੇ ਅੰਦਰ ਧੁੱਪ ਨਾ ਆਵੇ ਤੇ ਜਦੋਂ ਸੂਰਜ ਛਿਪਦਾ ਵਾ ਉਦੋਂ ਵੀ ਤੁਹਾਡੇ ਫਾਰਮ ਦੇ ਅੰਦਰ ਧੁੱਪ ਨਾ ਆਵੇ। ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ। ਤੇ ਜਦੋਂ ਤੁਸੀਂ ਫਾਰਮ ਬਣਾਉਣਾ ਹੈ ਤੇ ਤੁਸੀਂ ਉੱਥੇ ਦੇਖਣਾ ਕਿ ਬਿਜਲੀ ਦੀ ਸੁਵਿਧਾ ਹੈਗੀ ਆ, ਪਾਣੀ ਦੀ ਸੁਵਿਧਾ ਹੈਗੀ ਆ, ਕਿਉਂਕਿ ਬਿਜਲੀ ਵੀ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੀ ਆ ਉੱਥੇ, ਤੇ ਪਾਣੀ ਤਾਂ ਮੇਨ ਹੈ ਫਾਰਮ 'ਤੇ ਚਾਹੀਦਾ। ਦੂਸਰੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਫਾਰਮ ਬਣਾਉਣਾ ਹੈ ਤੇ ਫਾਰਮ ਦੀ ਜਿਹੜੀ ਬਾਉਂਡਰੀ ਬਣਾਉਣੀ ਹੈ ਉਹ ਤੁਸੀਂ 1 ਤੋਂ 1.5 ਫੁੱਟ ਜਾਂ ਵੱਧ ਤੋਂ ਵੱਧ 2 ਫੁੱਟ ਬਣਾ ਸਕਦੇ ਹੋ। ਕਿਉਂਕਿ ਅਗਰ ਤੁਸੀਂ 1.5-2 ਫੁੱਟ ਉੱਚੀ ਦੇਖ ਸਕਦੇ ਹੋ ਬਾਉਂਡਰੀ ਨਾ ਬਣਾਓਗੇ ਤੇ ਤੁਹਾਡੇ ਫਾਰਮ ਦੇ ਅੰਦਰ ਸਰਦੀਆਂ ਦੇ ਵੇਲੇ ਤੁਹਾਡੇ ਚੂਚਿਆਂ ਨੂੰ, ਮੁਰਗਿਆਂ ਨੂੰ ਠੰਡ ਲੱਗ ਸਕਦੀ, ਕਿਉਂਕਿ ਮੁਰਗੇ ਦੀ ਹਾਈਟ 1 ਤੋਂ 1.5 ਫੁੱਟ ਹੁੰਦੀ ਹੈ। ਉਹਨਾਂ ਤੋਂ ਉੱਪਰ ਦੀ ਕ੍ਰੋਸ ਹੋ ਜਾਵੇ ਹਵਾ, ਲੇਕਿਨ ਉਹਨਾਂ ਤੋਂ ਨਹੀਂ ਕ੍ਰੋਸ ਹੋਣੀ ਚਾਹੀਦੀ। ਤਾਈਓ ਕਈਆਂ ਦੇ ਵਿੱਚ CRD ਦੀ ਪ੍ਰੋਬਲਮ, ਕਈਆਂ ਦੇ ਮੁਰਗੇ ਮੁਰਗੀਆਂ ਦੇ ਵਿੱਚ ਹੋਰ ਪ੍ਰੋਬਲਮ ਆ ਜਾਂਦੀ ਹੈ। ਜਦੋਂ ਤੁਸੀਂ ਫਾਰਮ ਬਣਾਉਣਾ ਹੈ, ਫਾਰਮ ਹਮੇਸ਼ਾ ਜਦੋਂ ਬਣਾਉਣਾ ਹੈ ਤੁਸੀਂ ਵੀਰ ਭਰਾਵੋ, ਕਿਸਾਨ ਵੀਰੋ, ਤੁਸੀਂ ਫਾਰਮ ਸੀਮੈਂਟ ਦੀਆਂ ਚਾਦਰਾਂ ਦਾ ਬਣਾਵੋ, ਚਾਹੇ ਤੁਸੀਂ ਬੈਂਬੂ ਦਾ ਬਣਾਵੋ, ਲੱਕੜ ਦਾ ਬਣਾਵੋ, ਚਾਹੇ ਤੁਸੀਂ ਉਸ ਨੂੰ ਲੋਹੇ ਦਾ ਬਣਾਵੋ, ਪਰ ਖਾਸ ਧਿਆਨ ਤੁਸੀਂ ਇਹ ਰੱਖਣਾ ਹੈ ਕਿ ਫਾਰਮ ਦੇ ਵਿਚਕਾਰ ਵਾਲੇ ਬੰਨੇ ਜਿਹੜੀ ਹਾਈਟ ਆ ਉਹ 11 ਫੁੱਟ ਦੀ, 9 ਤੋਂ 11 ਫੁੱਟ ਦੀ ਹਾਈਟ ਚਾਹੀਦੀ ਹੈ। ਤੁਸੀਂ ਜਦੋਂ ਵੀ ਫਾਰਮ ਪਾਉਣਾ, ਤੁਸੀਂ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਕਿ ਤੁਸੀਂ ਫਾਰਮ ਉਸ ਤਰ੍ਹਾਂ ਦੀ ਜਗ੍ਹਾ 'ਤੇ ਪਾਇਓ ਕਿ ਜਿੱਥੇ ਤੁਹਾਨੂੰ ਹਰ ਇੱਕ ਚੀਜ਼ ਸਹੀ ਤਰੀਕੇ ਨਾਲ, ਮੁਰਗਿਆਂ ਦੀ ਫੀਡ, ਦਾਣਾ, ਦਵਾਈਆਂ, ਵੈਕਸੀਨ, ਇੱਦਾਂ ਦੀਆਂ ਚੀਜ਼ਾਂ ਆਸਾਨੀ ਦੇ ਨਾਲ ਮਿਲ ਸਕੇ। ਕਈ ਵਾਰੀ ਆਪਾਂ ਸੋਚੀਦਾ ਕਿ ਅਸੀਂ ਫਲਾਨੀ ਜਗ੍ਹਾ 'ਤੇ ਪਾ ਲਈਏ, ਦੂਰ ਪਾ ਲਈਏ, ਪਾ ਤਾਂ ਆਪਾਂ ਜੰਗਲ ਵਿੱਚ ਲਈਦਾ, ਪਰ ਉਸ ਤੋਂ ਬਾਅਦ 'ਚ ਆਪਾਂ ਪਛਤਾਈਦਾ ਕਿ ਨਹੀਂ, ਸਾਨੂੰ ਤਾਂ ਬੜੀ ਦੂਰ ਪੈਂਦੀਆਂ ਚੀਜ਼ਾਂ। ਬਾਕੀ ਤੁਸੀਂ ਇਹ ਦੇਖਣਾ, ਜਿਹੜੇ ਵੀਰ ਭਰਾ ਬਰਾਇਲਰ ਦਾ ਕੰਮ ਕਰਦੇ ਆ ਜਾਂ ਦੇਸੀ ਮੁਰਗੇ ਦਾ ਕੰਮ ਕਰਦੇ ਆ, ਕਿ ਤੁਹਾਡਾ ਜਿਹੜਾ ਮੁਰਗਾ ਵਾ ਜਿਹਨੇ ਲੈਣ ਆਉਣਾ ਕਸਟਮਰ ਨੇ, ਉਹ ਵੀ ਤੁਹਾਨੂੰ ਲਾਗੇ ਚਾਹੀਦਾ, ਰੋਡ ਦੇ ਲਾਗੇ ਚਾਹੀਦਾ। ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਡੇ ਰੋਡ ਦੇ, ਕਿਸੇ ਵੀ ਰੋਡ ਦੇ ਲਾਗੇ ਪਾਓ, ਕੋਈ ਨਾ ਕੋਈ ਰੋਡ ਤੁਹਾਡਾ ਲੱਗਦਾ ਹੋਵੇ, ਠੀਕ ਹੈ ਜੀ। ਲਾਗੇ ਕੋਈ ਕੱਲ੍ਹ ਨੂੰ ਤੁਹਾਡਾ ਇਨ ਫਿਊਚਰ ਕਸਟਮਰ ਆਉਂਦਾ, ਉਹ ਕਸਟਮਰ ਨੂੰ ਆਸਾਨੀ ਹੋ ਸਕੇ। ਅਗਰ ਆਪਾਂ ਗੱਲ ਕਰੀਏ ਸ਼ੈੱਡ ਦੀ ਚੜਾਈ ਦੀ, ਸ਼ੈੱਡ 30 ਫੁੱਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਅਗਰ
ਦੀ ਚੜਾਈ ਲੰਬਾਈ ਤੁਸੀਂ 100 ਵੀ ਕਰ ਸਕਦੇ ਹੋ, 80 ਵੀ ਕਰ ਸਕਦੇ ਹੋ, 200 ਵੀ, 300 ਵੀ ਕਰ ਸਕਦੇ ਹੋ। ਉਹ ਤੁਹਾਡੀ ਜੇਬ ਤੇ ਡਿਪੈਂਡ ਕਰਦਾ ਕਿ ਉਸ ਫਾਰਮ ਨੂੰ ਤੁਸੀਂ ਡਬਲ ਸਟੋਰੀ ਵੀ ਬਣਾ ਸਕਦੇ ਹੋ, ਚਾਹੇ ਉਹਨੂੰ ਤੁਸੀਂ ਜਿੰਨਾ ਮਰਜ਼ੀ ਲੰਬਾ ਬਣਾ ਲਓ, ਪਰ 30 ਫੁੱਟ ਤੋਂ ਜ਼ਿਆਦਾ ਤੁਸੀਂ ਫਾਰਮ ਚੌੜਾ ਕਦੀ ਨਹੀਂ ਬਣਾਉਣਾ। ਅਗਰ ਤੁਸੀਂ 30 ਫੁੱਟ ਤੋਂ ਜ਼ਿਆਦਾ ਚੌੜਾ ਬਣਾਉਂਦੇ ਹੋ, ਇੱਕ ਸਾਇੰਟੀਫਿਕ ਤੌਰ ਤੇ ਤੁਹਾਨੂੰ ਅਸੀਂ ਇੱਕ ਗੱਲ ਦੱਸਦੇ, ਉੱਥੇ ਅਮੋਨੀਆ ਗੈਸ ਬਣਨ ਲੱਗ ਪੈਂਦੀ, ਜਿਹਦਾ ਕਰਕੇ ਬਰਡਸ ਦੇ ਵਿੱਚ ਪ੍ਰੋਬਲਮ ਆ ਜਾਂਦੀ। ਜਿਹੜਾ ਸ਼ੈੱਡ ਵਾ ਉਹਦਾ ਫਰਸ਼ ਉਸ ਤਰ੍ਹਾਂ ਤਾਂ ਪੱਕਾ ਹੋਣਾ ਚਾਹੀਦਾ। ਅਗਰ ਪੱਕਾ ਨਹੀਂ ਵੀ ਆ, ਤੁਸੀਂ ਮਿੱਟੀ ਤੇ ਵੀ ਰੱਖੋਗੇ ਉਹ ਵੀ ਬੜਾ ਵਧੀਆ, ਕਿਉਂਕਿ ਮਿੱਟੀ ਇੱਕ ਨੈਚੁਰਲ ਸੋਰਸ ਆ, ਇੱਕ ਕੁਦਰਤੀ ਤੱਤ ਵਾ। ਮਿੱਟੀ ਪੈਰਾਂ ਨੂੰ ਲੱਗੂਗੀ ਤੇ ਤੁਹਾਡੇ ਬਰਡ ਦੀ ਗਰੋਥ ਬਹੁਤ ਵਧੀਆ ਹੋਊਗੀ। ਤੁਸੀਂ ਉੱਥੇ ਤੁਸੀਂ ਆਪਣਾ ਫੱਕ ਖਿਲਾਰ ਸਕਦੇ ਹੋ, ਉੱਥੇ ਤੁਸੀਂ ਕਲੀ ਪਾ ਸਕਦੇ ਹੋ। ਠੀਕ ਹੈ ਜੀ। ਜਿਹੜੀ ਸ਼ੈੱਡ ਦੀ ਛੱਤ ਪਾਉਣੀ ਆ, ਉਹ ਤੁਸੀਂ ਚਾਦਰਾਂ ਪਾ ਸਕਦੇ ਹੋ, ਸੀਮੈਂਟ ਦੀਆਂ ਚਾਦਰਾਂ ਪਾ ਸਕਦੇ ਹੋ, ਜਾਂ ਤੁਸੀਂ ਲੱਕੜ ਦੇ ਬਾਣ ਉਹ ਪਾ ਸਕਦੇ ਹੋ। ਲੱਕੜ ਦਾ ਆਪਣੇ ਲੱਕੜ ਦੀ ਵੀ ਪੈ ਜਾਂਦੀ ਛੱਤ ਜੀ। ਅਗਰ ਕਿਸੇ ਨੇ ਹੋਰ ਪ੍ਰੋਫੈਸ਼ਨਲੀ ਜਾਣਾ ਵਾ, ਉਹ ਲੈਂਟਰ ਵੀ ਪਾ ਸਕਦਾ, ਬਾਲਿਆਂ ਵਾਲੀ ਛੱਤ ਵੀ ਪਾ ਸਕਦਾ। ਕਈ ਤਰੀਕੇ ਆ। ਇਹ ਨਹੀਂ ਤੁਸੀਂ ਸੋਚਣਾ ਕਿ ਤੁਹਾਡੇ ਕੋਲ ਪੈਸੇ ਹੋਊਗੇ ਕਿ ਤੁਸੀਂ ਲੈਂਟਰ ਹੀ ਕਿਸੇ ਦਾ ਪਿਆ ਫਾਰਮ ਤੇ ਦੇਖਿਆ ਉਹੀ ਨਹੀਂ। ਕਿਸਾਨ ਵੀਰੋ, ਉਮੀਦ ਹੋਣੀ ਚਾਹੀਦੀ ਆ ਬੰਦੇ ਦੇ ਵਿੱਚ ਕੰਮ ਕਰਨ ਦੀ। ਤੁਹਾਨੂੰ ਪਤਾ ਕਹਿੰਦੇ ਆ ਵੀ ਕੋਸ਼ਿਸ਼ ਕਰਨੇ ਵਾਲੋਂ ਕੀ ਕभी ਹਾਰ ਨਹੀਂ ਹੋਤੀ। ਤੁਸੀਂ ਕੋਸ਼ਿਸ਼ ਜ਼ਰੂਰ ਕਰਨੀ। ਕੋਈ ਗੱਲ ਨਹੀਂ ਜੀ, ਉੱਪਰ ਵਾਲਾ ਬੈਠਾ ਤੁਹਾਨੂੰ, ਉਹ ਕੋਈ ਗੱਲ ਨਹੀਂ, ਤੁਹਾਨੂੰ ਕੱਚੇ ਫਾਰਮ ਤੋਂ ਪੱਕੇ ਫਾਰਮ ਦੇ ਵਿੱਚ ਵੀ ਲੈ ਕੇ ਜਾਊਗਾ। ਕੰਮ ਤਾਂ ਕਰੋ, ਤੁਸੀਂ ਕਰਕੇ ਤਾਂ ਦੇਖੋ। ਇਹ ਫਾਰਮ ਦਾ ਕੰਮ ਬਹੁਤ ਵਧੀਆ ਹੈ ਜੀ। ਬਹੁਤ ਪਿਛਲੇ ਸਾਲਾਂ ਦੇ ਵਿੱਚ ਜਦੋਂ ਆਪਾਂ ਦੇਖੀਏ ਕਿ ਬਹੁਤ ਲੋਕਾਂ ਨੇ ਇਸ ਕੰਮ ਦੇ ਵਿੱਚ ਤਰੱਕੀ ਪਾਈ ਆ। ਜਦੋਂ ਤੁਸੀਂ ਸ਼ੈੱਡ ਪਾਉਣੀ ਆ, ਤੁਸੀਂ ਖਾਸ ਧਿਆਨ ਰੱਖਣਾ ਜਾਲੀ ਦਾ। ਜਾਲੀ ਤੁਹਾਡੀ ਪੱਕੀ ਹੋਣੀ ਚਾਹੀਦੀ ਜੀ। ਉਸ ਤੋਂ ਬਾਅਦ ਤੁਹਾਡਾ ਜਿਹੜਾ ਦਰਵਾਜ਼ਾ ਵਾ ਫਾਰਮ ਦਾ, ਉਹ ਅੰਦਰ ਬਾਹਰ ਕਿੱਦਾਂ ਖੁੱਲ੍ਹਦਾ ਹੋਣਾ ਚਾਹੀਦਾ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇਸ ਗੱਲ ਦਾ ਧਿਆਨ ਦੇਣਾ ਕਿ ਤੁਸੀਂ ਸਾਈਡਾਂ 'ਤੇ ਤਰਪਾਲ ਜ਼ਰੂਰ ਲਾਉਣੀ ਹੈ, ਕਿਉਂਕਿ ਸਰਦੀਆਂ ਦੇ ਵੇਲੇ ਹਲਕੀ ਤਰਪਾਲ ਚੱਕ ਸਕਦੇ ਹਾਂ, ਠੰਡ ਦੇ ਵੇਲੇ, ਰਾਤ ਦੇ ਵੇਲੇ ਤੁਸੀਂ ਤਰਪਾਲ ਸਿੱਟ ਸਕਦੇ ਹਾਂ। ਗਰਮੀਆਂ ਦੇ ਟਾਈਮ ਦੇ ਵਿੱਚ ਵੀ ਉਹ ਤੁਹਾਡੇ ਬਰਡ ਨੂੰ ਗਰਮੀ ਤੋਂ ਬਚਾਊਗੀ ਤਰਪਾਲ। ਅੱਜ ਕੱਲ੍ਹ ਤਰਪਾਲਾਂ ਬਹੁਤ ਵਧੀਆ, ਅਸੀਂ ਤਰਪਾਲਾਂ 'ਤੇ ਵੀ ਇੱਕ ਵੀਡੀਓ ਪਾਵਾਂਗੇ ਕਿ ਫਾਰਮ ਦੀ ਜਿਹੜੀ ਸ਼ੈੱਡ ਦੀ ਤਰਪਾਲ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਕਿਸਾਨ ਵੀਰੋ, ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜਦੋਂ ਤੁਸੀਂ ਸ਼ੈੱਡ ਪਾਉਣਾ ਹੈ, ਜਾਂ ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਲੈਂਦੇ ਆ ਕਿ ਤੁਸੀਂ ਲੋਹੇ ਦੀ ਸੀਮੈਂਟ ਚਾਦਰਾਂ ਪਾਉਣੀਆਂ ਹੈ, ਅਤੇ ਤੁਸੀਂ ਜਿਹੜੀ ਫਾਰਮ ਦੀ ਵਿੱਚੋਂ ਸੈਂਟਰ ਉਚਾਈ ਇੱਥੇ 15 ਫੁੱਟ ਬਣਨਾ, 30 ਫੁੱਟ ਚੌੜਾ ਫਾਰਮ ਹੈ, 15 ਫੁੱਟ ਵਿਚਾਲਿਓਂ ਉੱਥੋਂ ਤੁਸੀਂ 12 ਫੁੱਟ ਦੀ ਕਰ ਸਕਦੇ ਹੋ ਉਚਾਈ, ਅਤੇ ਥੱਲੇ ਥੱਲੇ ਆਉਂਦੇ ਸਾਈਡਾਂ ਤੁਸੀਂ ਰੱਖ ਲੈਣੀਆਂ 9 ਫੁੱਟ ਦੀਆਂ ਜੀ। ਜਦੋਂ ਆਪਾਂ ਦੇਖੀਏ ਕਿ 2 ਫੁੱਟ ਤਾਂ ਤੁਹਾਡਾ ਬਾਉਂਡਰੀ ਨੇ ਕਵਰ ਕਰ ਲੈਣਾ, 7 ਫੁੱਟ ਦੀ ਜਗ੍ਹਾ ਫਿਰ ਵੀ ਤੁਹਾਡੇ ਕੋਲ ਹੈਗੀ ਆ। ਕਈ ਕਹਿੰਦੇ ਹੁੰਦੇ ਅਸੀਂ ਕੋਲੇ ਵਿੱਚ ਬਣਾ ਲਈਏ। ਅਗਰ ਤੁਸੀਂ ਸੀਮੈਂਟ ਦੀਆਂ ਚਾਦਰਾਂ ਪਾ ਰਹੇ ਆ ਤਾਂ ਲੋਹੇ ਦਾ ਕੰਮ ਕਰ ਰਹੇ ਆ, ਇਹ ਤਾਂ ਤੁਹਾਨੂੰ ਕੋਲੇ ਬਣਾਉਣ ਦੀ ਜ਼ਰੂਰਤ ਨਹੀਂ ਗੀ। ਹਾਂ, ਕੋਲੇ ਬਣਾ ਕੇ ਵੀ ਉਸ ਤੋਂ ਬਾਅਦ ਤੁਸੀਂ ਸੀਮੈਂਟ ਦੀਆਂ ਚਾਦਰਾਂ ਉੱਪਰ ਸਪੋਰਟਾਂ ਦੇ ਕੇ ਬਣਾ ਸਕਦੇ ਹੋ। ਇਹ ਜੇ ਆਪਾਂ ਗੱਲ ਕਰੀਏ ਖਰਚੇ ਦੀ, ਅਗਰ ਤੁਸੀਂ 1000 ਬਰਡ ਦਾ ਫਾਰਮ ਰੈਡੀ ਕਰਦੇ ਆ, 1 ਤੋਂ 2 ਲੱਖ ਦੇ ਵਿੱਚ ਖਰਚਾ ਆ ਜਾਂਦਾ। ਸ਼ੁਰੂਆਤ ਤੁਸੀਂ ਘੱਟ ਤੋਂ ਵੀ ਕਰ ਸਕਦੇ ਹੋ, 20,000 ਰੁਪਏ ਤੋਂ ਵੀ ਕਰ ਸਕਦੇ ਹੋ, 50,000 ਤੋਂ, ਲੱਖ ਤੋਂ। ਬਾਕੀ ਤੁਹਾਡੀ ਜੇਬ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਫਾਰਮ ਕਿੱਦਾਂ ਦਾ ਬਣਾਉਣਾ ਹੈ। ਵੱਡਾ ਉਸ ਹਿਸਾਬ ਦੇ ਨਾਲ ਖਰਚਾ ਆਊਗਾ। ਅਸੀਂ ਤੁਹਾਨੂੰ ਸਹੀ ਜਾਣਕਾਰੀ ਦਿੰਦੇ ਹਾਂ। ਤੁਹਾਨੂੰ ਪਤਾ ਯੂਸਫ ਪੋਲਟਰੀ ਫਾਰਮ ਤੁਹਾਨੂੰ ਹਮੇਸ਼ਾ ਸੱਚਾਈ ਦੱਸਦਾ ਆ। ਅਗਰ ਤੁਸੀਂ 500 ਬਰਡ ਦਾ ਕੰਮ ਕਰਨਾ ਚਾਹੁੰਦੇ ਹੋ ਤੇ ਤੁਹਾਡਾ ਖਰਚਾ ਲੱਖ 1.5 ਲੱਖ ਰੁਪਏ ਦੇ ਵਿੱਚ ਆ ਸਕਦਾ ਹੈ। ਅਗਰ ਤੁਸੀਂ ਉਸ ਤੋਂ ਵੀ ਘੱਟ ਖਰਚਾ ਕਰਨਾ ਹੈ ਕਿਸਾਨ ਵੀਰੋ, ਅਸੀਂ ਪਹਿਲਾਂ ਹਰ ਇੱਕ ਬੰਦੇ ਨੂੰ ਇਹ ਸੁਜੈਸਟ ਕਰਦੇ ਹਾਂ, ਇਹ ਸਲਾਹ ਦਿੰਦੇ ਹਾਂ ਕਿ ਤੁਸੀਂ 200 ਚੂਚੇ ਤੋਂ ਸ਼ੁਰੂਆਤ ਕਰਨੀ ਆ, ਕਿਉਂਕਿ ਤੁਸੀਂ ਦੇਖੋਗੇ ਕਿ 200 ਚੂਚੇ ਤੋਂ ਤੁਹਾਨੂੰ ਕਿੰਨਾ ਬੈਨੀਫਿਟ ਹੋਇਆ ਤੇ ਤੁਸੀਂ ਅੱਗੇ ਕੰਮ ਕਰ ਸਕਦੇ ਹੋ ਵੱਧ ਕੇ। ਤੇ ਤੁਸੀਂ ਜਦੋਂ ਫਾਰਮ ਆਪਦਾ ਰੈਡੀ ਕਰ ਲਿਆ, ਰੈਡੀ ਕਰਨ ਤੋਂ ਪਹਿਲਾਂ ਤੁਸੀਂ ਅੱਛਾ ਬੰਦਾ ਲੱਭੋ, ਹੈਲਪਰ ਲੱਭੋ, ਜਿਹੜਾ ਇਮਾਨਦਾਰ ਹੋਵੇ, ਤੁਹਾਡੇ ਨਾਲ ਕੰਮ ਕਰੇ, ਜਿਹਨੂੰ ਤੁਹਾਡੇ ਕੰਮ ਦੀ ਖੁਦ ਟੈਨਸ਼ਨ ਹੋਵੇ। ਇਹ ਨਹੀਂ ਜੀ ਤੁਹਾਡੇ ਚੂਚੇ ਫਾਰਮ 'ਤੇ ਆਏ ਆ ਤੇ ਜੀ ਉਹ ਅਗਲਾ ਸੁੱਤਾ ਹੋਵੇ, ਉਹਨੂੰ ਪੂਰੀ ਕੇਅਰ ਕਰਨੀ ਪੈਣੀ ਹੈ, ਕਿਉਂਕਿ ਇਹ ਕੰਮ ਕੋਈ ਬਹੁਤ ਜ਼ਿਆਦਾ ਔਖਾ ਨਹੀਂ ਗਾ।
ਇਹ ਕਿਹੜਾ ਜੀ ਜਾ ਕੇ ਚੰਦ ਨੂੰ ਛੂਹਣ ਵਾਲੀ ਗੱਲ ਆ। ਇਹ ਤਾਂ ਬਸ ਕੀ ਚੂਚੇ ਪਾਲਣੇ ਆ ਜਿਹੜੇ ਆਪਾਂ ਸ਼ੁਰੂ ਤੋਂ ਆਪਣੇ ਪਿੰਡਾਂ ਵਾਲੇ ਲੋਕ ਕਰਦੇ ਆਏ ਆ। ਸ਼ੁਰੂ ਤੋਂ ਇੱਕ ਸਹਾਇਕ ਧੰਦੇ ਆ, ਛੋਟੇ ਹੁੰਦੇ ਕਰਦੇ ਤਾਂ ਆਏ ਆ। ਇਹ ਜਹਾਜ਼ ਚਲਾਉਣ ਦੇ ਬਰਾਬਰ ਥੋੜੀ ਇਹ ਚੀਜ਼। ਕਿਸਾਨ ਵੀਰੋ ਤੁਸੀਂ ਕਰੋ, ਅਗਰ ਕਿਸੇ ਵੀ ਨੌਲੇਜ ਦੀ ਇਨਫੋਰਮੇਸ਼ਨ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਯੂਸਫ ਪੋਲਟਰੀ ਫਾਰਮ ਸ਼ਾਹਕੋਟ ਜਲੰਧਰ ਤੋਂ ਨੌਲੇਜ ਲੈ ਸਕਦੇ ਹੋ। ਅਗਰ ਕਿਸੇ ਨੂੰ ਚਿਕਸ ਦੀ ਜ਼ਰੂਰਤ ਹੈ ਤੁਸੀਂ ਉਹ ਵੀ ਲੈ ਸਕਦੇ ਹੋ। ਅਗਰ ਹਾਂ ਤੁਸੀਂ ਕਿਤੋਂ ਹੋਰ ਵੀ ਚੂਚੇ ਲਏ ਆ ਜਾਂ ਚੂਚੇ ਲਏ ਆ, ਤੁਸੀਂ ਸਾਡੇ ਤੋਂ ਸਲਾਹ ਵੀ ਲੈਣੀ, ਸਲਾਹ ਵੀ ਲੈ ਸਕਦੇ ਹੋ। ਸਲਾਹ ਦਾ ਕੋਈ ਰੇਟ ਨਹੀਂਗਾ, ਕੋਈ ਖਰਚਾ ਨਹੀਂਗਾ। ਵੀਡੀਓ ਨੂੰ ਪ੍ਰੋਪਰ ਦੇਖਣ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਨੂੰ ਅੱਗੇ ਬਹੁਤ ਪਿਆਰ ਦਿੱਤਾ। ਵੀਡੀਓ ਨੂੰ ਅਗਰ ਵਧੀਆ ਲੱਗਿਆ ਦੂਸਰਿਆਂ ਤੱਕ ਇਹ ਵਾਲੀ ਜਾਣਕਾਰੀ ਸ਼ੇਅਰ ਕਰ ਦਿਓ। ਧੰਨਵਾਦ।